ਚੋਣਵੀਂ ਪੰਜਾਬੀ ਦੇ ਵਿਦਿਆਰਥੀਓ, ਅੱਜ ਆਪਾਂ ਕਵਿਤਾ ਕੀ ਹੈ, ਕਵਿਤਾ ਦੀ ਪਰਿਭਾਸ਼ਾ ਕੀ ਹੈ, ਕਵਿਤਾ ਦੀ ਬਣਤਰ ਕੀ ਹੈ ਅਤੇ ਉਹਦੀਆਂ ਵਿਸ਼ੇਸ਼ਤਾਵਾਂ ਕੀ ਹੈ, ਇਹਦੇ ਬਾਰੇ ਜਾਣ ਰਹੇ ਹਾਂ। ਇਸ ਉਮਰ ਵਿੱਚ, ਜਿਸ ਉਮਰ ਵਿੱਚ ਤੁਸੀਂ ਹੋ, ਇਸ ਉਮਰ ਵਿੱਚ ਤੁਸੀਂ ਬਹੁਤ ਸਾਰੀ ਸ਼ੇਰੋ ਸ਼ਾਇਰੀ ਨੂੰ ਪਸੰਦ ਕਰਦੇ ਹੋ। ਬਹੁਤ ਸਾਰੇ ਵਿਦਿਆਰਥੀਆਂ ਦੇ ਫੋਨ ਕਾਲਸ ਵੀ ਆਉਂਦੇ ਆ। ਵੈਸੇ ਵੀ ਜਦੋਂ ਮੁਲਾਕਾਤ ਹੁੰਦੀ ਆ ਤਾਂ ਉਹ ਪੁੱਛਦੇ ਆ ਕਿ ਜੇ ਅਸੀਂ ਕੁਝ ਤੁਕਾਂ ਸਾਡੇ ਮਨ 'ਚ ਆਉਂਦੀਆਂ ਨੇ, ਅਸੀਂ ਉਹਨਾਂ ਨੂੰ ਕਿਵੇਂ ਲਿਖੀਏ, ਅਸੀਂ ਇੱਕ ਵਧੀਆ ਕਵੀ ਕਿਵੇਂ ਬਣ ਸਕਦੇ ਹਾਂ, ਅਸੀਂ ਚੰਗੇ ਸ਼ਾਇਰ ਕਿਵੇਂ ਬਣ ਸਕਦੇ ਹਾਂ। ਜਾਂ ਉਹ ਕਹਿੰਦੇ ਆ ਕਿ ਅਸੀਂ ਆਪਣੀ ਕਾਪੀ ਦੇ ਪਿੱਛੇ ਕੁਝ ਕਵਿਤਾਵਾਂ ਲਿਖੀਆਂ ਨੇ, ਕੀ ਉਹ ਸਹੀ ਨੇ, ਇਹਦੇ ਬਾਰੇ ਦੱਸੋ। ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਕਿ ਸਾਨੂੰ ਜਦੋਂ ਇਹ ਪਤਾ ਲੱਗ ਗਿਆ ਕਵਿਤਾ ਹੈ ਕੀ, ਉਹਦੀ ਪਰਿਭਾਸ਼ਾ ਕੀ ਹੈ, ਬਣਤਰ ਕੀ ਹੈ, ਵਿਸ਼ੇਸ਼ਤਾਵਾਂ ਕੀ ਹੈ, ਤਾਂ ਉਹਦੇ ਨਾਲ ਤੁਸੀਂ ਆਪਣੀ ਲਿਖਤ ਨੂੰ ਥੋੜ੍ਹਾ ਬਹੁਤ ਮਾਂਝ ਸਵਾਰ ਸਕਦੇ ਹੋ। ਉਂਝ ਜਿਹੜਾ ਤੁਹਾਡੇ ਮਨ ਵਿੱਚ ਕਵਿਤਾ ਦੀ ਕਲਪਨਾ ਫੁੱਟਦੀ ਹੈ, ਤੁਹਾਡੇ ਮਨ ਵਿੱਚ ਜਜ਼ਬੇ ਜਾਗਦੇ ਨੇ, ਤੁਹਾਡੇ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ ਲਿਖਣ ਦੀ, ਤੁਸੀਂ ਸੋਹਣੇ ਸੋਹਣੇ ਸ਼ਬਦ ਚੁਣ ਕੇ ਲਿਖਦੇ ਹੋ, ਉਹਦੇ ਵਿੱਚ ਰਿਦਮ ਹੁੰਦਾ, ਸੰਗੀਤ ਹੁੰਦਾ, ਲੈਅ ਹੁੰਦੀ ਹੈ, ਉਹ ਆਪਣੇ ਆਪ ਵਿੱਚ ਹੀ ਕਵਿਤਾ ਹੁੰਦੀ ਹੈ। ਕਵੀ ਨੂੰ ਟ੍ਰੇਨਿੰਗ ਦੀ ਲੋੜ ਬਹੁਤੀ ਜ਼ਿਆਦਾ ਨਹੀਂ ਹੁੰਦੀ, ਉਹਦੀ ਆਪਣੀ ਇੱਛਾ ਹੁੰਦੀ ਹੈ, ਉਹਦੇ ਮਨ ਦਾ ਵੇਗ ਹੁੰਦਾ, ਉਹਦੇ ਮਨ ਦਾ ਵਹਾਅ ਹੁੰਦਾ, ਅਤੇ ਜਦੋਂ ਉਹ ਥੋੜ੍ਹੀ ਬਹੁਤ ਉਹਨੂੰ ਟ੍ਰੇਨਿੰਗ ਵੀ ਮਿਲ ਜਾਂਦੀ ਆ ਤਾਂ ਫਿਰ ਉਹ ਹੋਰ ਪੁਖਤਾ, ਹੋਰ ਪਰਿਪੱਕ ਹੋ ਜਾਂਦਾ। ਠੀਕ ਹੈ, ਅਤੇ ਆਓ ਗੱਲ ਕਰੀਏ ਕਵਿਤਾ ਦੀ ਪਰਿਭਾਸ਼ਾ, ਬਣਤਰ ਅਤੇ ਵਿਸ਼ੇਸ਼ਤਾਵਾਂ ਬਾਰੇ। ਪਹਿਲੀ ਗੱਲ ਜਾਣੋ ਕਿ ਕਵਿਤਾ ਸੰਸਾਰ ਸਾਹਿਤ ਦਾ ਪਲੇਠਾ ਕਾਵਿ ਰੂਪ ਹੈ। ਸਭ ਤੋਂ ਪਹਿਲਾਂ ਜਦੋਂ ਸਾਹਿਤ ਰਚਨਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਵਿਤਾ ਹੋਂਦ ਵਿੱਚ ਆਈ ਹੈ। ਪੂਰਨ ਸਿੰਘ ਜਿਹੜੇ 6ਵਾਂ ਦਰਿਆ ਪੰਜਾਬੀ ਸਾਹਿਤ ਦਾ ਅਸੀਂ ਕਹਿੰਦੇ ਹਾਂ, ਪੂਰਨ ਸਿੰਘ ਅਨੁਸਾਰ ਕਵਿਤਾ ਰੂਹਾਂ ਦੀ ਬੋਲੀ ਹੈ। ਇਹ ਦਿਮਾਗ ਦੀ ਜ਼ਿਆਦਾ ਬੋਲੀ ਨਹੀਂ, ਤੁਹਾਡੇ ਦਿਲ ਦੀ, ਭਾਵਾਂ ਦੀ, ਤੁਹਾਡੀਆਂ ਰੂਹਾਂ ਦੀ ਬੋਲੀ ਕਵਿਤਾ ਨੂੰ ਮੰਨਿਆ ਜਾਂਦਾ ਹੈ। ਮੈਥਿਊ ਆਰਨਲਡ ਅਨੁਸਾਰ ਕਵਿਤਾ ਜੀਵਨ ਦੀ ਪੜਚੋਲ ਹੈ। ਕਾਰਲਾਈਲ ਅਨੁਸਾਰ ਸੰਗੀਤ ਭਰਪੂਰ ਵਿਚਾਰਾਂ ਨੂੰ ਕਵਿਤਾ ਕਿਹਾ ਜਾਂਦਾ ਹੈ। ਕੀ ਅਸਲ 'ਚ ਕਵਿਤਾ ਜਜ਼ਬਿਆਂ ਅਤੇ ਵਲਵਲਿਆਂ ਦਾ ਬੇਰੋਕ ਉਛਾਲਾ ਹੈ। ਕਵਿਤਾ ਜਦੋਂ ਮਨ ਵਿੱਚੋਂ ਉਛਲ ਕੇ ਆਉਂਦੀ ਹੈ ਤਾਂ ਉਹਦੇ 'ਤੇ ਕੋਈ ਰੋਕ ਨਹੀਂ ਹੁੰਦੀ, ਉਹ ਆਪਣੇ ਆਪ ਜਿਵੇਂ ਕੋਈ ਵਹਿਣ ਫੁੱਟਦਾ ਉਸੇ ਤਰ੍ਹਾਂ ਵਹਿ ਤੁਰਦੀ ਹੈ। ਅਗਲੀ ਸਲਾਈਡ ਦੇਖਦੇ ਹਾਂ। ਕਵਿਤਾ ਪਰਿਭਾਸ਼ਾ, ਬਣਤਰ, ਵਿਸ਼ੇਸ਼ਤਾਵਾਂ ਵਿੱਚ ਕਵੀ ਕੀ ਹੈ? ਕਵੀ ਇੱਕ ਸੰਵੇਦਨਸ਼ੀਲ ਵਿਅਕਤੀ ਹੁੰਦਾ ਹੈ। ਉਹ ਹਰ ਚੀਜ਼ ਨੂੰ ਬੜਾ ਮਹਿਸੂਸ ਕਰਦਾ ਹੈ, ਉਹ ਆਪੇ ਨਾਲ ਸੰਵਾਦ ਰਚਾਉਂਦਾ ਹੈ, ਪਰ ਉਸ ਦਾ ਆਪਾ ਅਕਸਰ ਲੋਕ ਮਨ ਹੁੰਦਾ ਹੈ। ਜਿਹੜਾ ਕਵੀ ਹੁੰਦਾ ਨਾ, ਉਹ ਗੱਲਬਾਤ ਆਪਣੇ ਮਨ ਨਾਲ ਕਰ ਰਿਹਾ ਹੁੰਦਾ, ਪਰ ਉਹਦਾ ਮਨ ਉਹਦਾ ਆਪਣਾ ਮਨ ਨਹੀਂ ਹੁੰਦਾ, ਉਹਦਾ ਮਨ ਇੱਕ ਲੋਕ ਮਨ ਹੁੰਦਾ। ਸਮੁੱਚੀ ਮਨੁੱਖਤਾ ਉਹਦੇ ਮਨ ਵਿੱਚ ਸਮਾਈ ਹੁੰਦੀ ਹੈ। ਹੁਣ ਕਵਿਤਾ ਦੇ ਤੱਤ ਕੀ ਨੇ? ਕਿਹਨਾਂ ਚੀਜ਼ਾਂ ਤੋਂ ਕਵਿਤਾ ਬਣਦੀ ਹੈ? ਪਹਿਲਾ ਹੈ ਕਾਵਿ ਭਾਸ਼ਾ। ਕਾਵਿ ਭਾਸ਼ਾ ਕਵੀ ਦੀ ਕਵਿਤਾ ਦੀ ਸਿਰਜਣਾ ਦਾ ਕੱਚਾ ਮਸਾਲਾ ਹੈ। ਕਵਿਤਾ ਦੀ ਭਾਸ਼ਾ ਵਾਰਤਕ ਜਾਂ ਗਲਪ ਦੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਜਿਹੜੀ ਕਵਿਤਾ ਦੇ ਸ਼ਬਦ ਹੁੰਦੇ ਨੇ ਨਾ, ਉਹ ਬੜੇ ਸਹਿਜ, ਬੜੇ ਜਿਹਨੂੰ ਆਪਾਂ ਕਹਿੰਦੇ ਹਾਂ ਸੰਕੇਤਕ, ਛੋਟੇ ਭਾਵਾਂ ਨੂੰ ਪੈਦਾ ਕਰਨ ਵਾਲੇ ਹੁੰਦੇ ਆ, ਅਤੇ ਜਿਸ ਤਰ੍ਹਾਂ ਦੀ ਕਵਿਤਾ ਹੁੰਦੀ ਹੈ ਉਸ ਤਰ੍ਹਾਂ ਦੇ ਸ਼ਬਦ ਹੁੰਦੇ ਆ। ਜੇ ਕੋਈ ਰੋਮਾਂਚਕ ਕਵਿਤਾ ਹੈ, ਉਹਦੇ ਸ਼ਬਦ ਹੋਰ ਤਰ੍ਹਾਂ ਹੋਣਗੇ। ਜੇ ਅਸੀਂ ਵਾਰ ਦੀ ਗੱਲ ਕਰੀਏ, ਕਵੀਸ਼ਰੀ ਦੀ ਗੱਲ ਕਰੀਏ, ਖਾਸ ਤੌਰ 'ਤੇ ਵਾਰ ਦੀ ਗੱਲ, ਤਾਂ ਉਹਦੇ ਵਿੱਚ ਬੜੀ ਖੜਕਦਾਰ ਸ਼ਬਦਾਵਲੀ ਹੁੰਦੀ ਹੈ। ਸੋ ਕਾਵਿ ਭਾਸ਼ਾ ਜਿਹੜੀ ਹੈ ਉਹ ਵਾਰਤਕ ਦੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਤੁਸੀਂ ਅੱਜ ਕੱਲ੍ਹ ਕਈ ਗੀਤ ਸੁਣਦੇ ਹੋਵੋਗੇ, ਉਹ ਗੀਤ ਸੁਣਦੇ ਸੁਣਦੇ ਕਈ ਵਾਰੀ ਤੁਹਾਨੂੰ ਐਂ ਲੱਗਦਾ ਵੀ ਇੱਥੇ ਆ ਕੇ ਲੈਅ ਟੁੱਟ ਗਈ, ਇੱਥੇ ਆ ਕੇ ਲੈਅ ਨਹੀਂ ਬਣੀ। ਉਹਦਾ ਕਾਰਨ ਉਹਨਾਂ ਸ਼ਬਦਾਂ ਦੇ ਵਿੱਚ, ਉਹਨਾਂ ਜਿਹੜੇ ਸ਼ਬਦ ਗੀਤਕਾਰ ਅੱਜ ਕੱਲ੍ਹ ਵਰਤ ਲੈਂਦੇ ਨੇ, ਉਹਨਾਂ ਦੇ ਵਿੱਚ ਨਾ ਉਹ ਕਾਵਿ ਭਾਸ਼ਾ ਨਹੀਂ ਹੁੰਦੀ, ਉਹ ਚੱਕ ਕੇ ਵਾਰਤਕ ਦੀ ਭਾਸ਼ਾ ਵਿੱਚ ਉਹਦੇ ਫਿੱਟ ਕਰ ਦਿੰਦੇ ਨੇ, ਜਿਹਦੇ ਕਰਕੇ ਉਹ ਸਾਨੂੰ ਚੁਭਦੀ ਹੈ। ਕਾਵਿਕ ਸ਼ਬਦ ਭਾਵਕ, ਹਲਕੇ ਫੁਲਕੇ ਅਤੇ ਸਰੋਦੀ ਹੁੰਦੇ ਨੇ। ਸਰੋਦੀ ਦਾ ਮਤਲਬ ਸੰਗੀਤਕ ਹੁੰਦੇ ਨੇ। ਦੂਜਾ ਹੈ ਜੀ ਵਿਚਾਰ। ਕਵੀ ਆਪਣੇ ਵਿਚਾਰ ਨੂੰ ਕਾਵਿ ਭਾਸ਼ਾ ਰਾਹੀਂ ਪੇਸ਼ ਕਰਦਾ ਹੈ। ਵਿਚਾਰ ਭਾਵਾਂ ਅਤੇ ਜਜ਼ਬਿਆਂ ਦੇ ਵਹਿਣ ਨੂੰ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਦੇ ਨੇ। ਠੀਕ ਹੈ, ਜੇ ਵਿਚਾਰ ਨਹੀਂ ਹੋਏਗਾ ਤਾਂ ਲਿਖੇਗਾ ਕੀ? ਠੀਕ ਹੈ, ਅਤੇ ਕਾਵਿ ਭਾਸ਼ਾ ਰਾਹੀਂ ਆਪਣੇ ਵਿਚਾਰਾਂ ਨੂੰ ਕਵੀ ਪੇਸ਼ ਕਰਦਾ ਹੈ। ਜਦੋਂ ਵੀ ਤੁਸੀਂ ਕਵਿਤਾ ਪੜ੍ਹਦੇ ਹੋ ਜਾਂ ਪੜ੍ਹ ਕੇ ਹਟਦੇ ਹੋ, ਤੁਹਾਨੂੰ ਪਤਾ ਲੱਗਦਾ ਨਾ ਉਹਦੇ 'ਚ ਕੀ ਕਿਹਾ ਗਿਆ, ਚਾਹੇ ਉਹ ਡਾਇਰੈਕਟ ਕਿਹਾ ਹੋਵੇ, ਪ੍ਰਤੱਖ ਕਿਹਾ ਹੋਵੇ, ਚਾਹੇ ਇਨਡਾਇਰੈਕਟ ਕਿਹਾ ਹੋਵੇ, ਅਪ੍ਰਤੱਖ ਕਿਹਾ ਹੋਵੇ, ਕੁਝ ਕਿਹਾ ਜ਼ਰੂਰ ਜਾਂਦਾ ਹੈ। ਪ੍ਰਤੀਕ ਅਤੇ ਚਿੰਨ੍ਹ। ਪ੍ਰਤੀਕ ਅਤੇ ਚਿੰਨ੍ਹ ਕਵਿਤਾ ਵਿੱਚ ਵਰਤੇ ਗਏ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਅਣਕਹੇ ਅਤੇ ਅਣਦੇਖੇ ਵਿਸ਼ੇ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰਤੀਕ ਕੀ ਹੁੰਦਾ? ਅਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਨਾ ਬੰਦਾ ਬੜਾ ਕਾਂ ਹੈ, ਤਾਂ ਕਾਂ ਉੱਥੇ ਪ੍ਰਤੀਕ ਬਣ ਜਾਂਦਾ ਚਲਾਕੀ ਦਾ। ਜੇ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ
ਫਲਾਨਾ ਬੰਦਾ ਤਾਂ ਬੜਾ ਕਬੂਤਰ ਹੈ, ਤਾਂ ਕਬੂਤਰ ਜਿਹੜਾ ਹੈ ਉਹ ਭੋਲੇਪਣ ਦਾ ਪ੍ਰਤੀਕ ਬਣ ਜਾਂਦਾ, ਸਿੰਬਲ ਬਣ ਜਾਂਦਾ। ਸੋ ਪ੍ਰਤੀਕ ਅਤੇ ਚਿੰਨ੍ਹ ਕੀ ਨੇ? ਸਿੰਬਲਸ ਨੇ। ਪ੍ਰਤੀਕ ਅਤੇ ਚਿੰਨ੍ਹ ਕਵਿਤਾ ਵਿੱਚ ਵਰਤੇ ਗਏ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਅਣਕਹੇ ਅਤੇ ਅਣਦੇਖੇ ਵਿਸ਼ੇ ਦੀ ਪ੍ਰਤੀਨਿਧਤਾ ਕਰਦੇ ਹਨ, ਭਾਵ ਅਦ੍ਰਿਸ਼ਟ ਨੂੰ ਦ੍ਰਿਸ਼ਟਮਾਨ ਕਰ ਦਿੰਦੇ ਹਨ। ਅਸੀਂ ਕਿਸੇ ਬੰਦੇ ਦੀ ਗੱਲ ਕਰਨੀ ਹੈ, ਉਹ ਬੰਦਾ ਬੜਾ ਹੀ ਜਿਹਨੂੰ ਆਪਾਂ ਕਹਿੰਦੇ ਹਾਂ ਛੋਟਾ ਹੈ, ਉਹਦੇ 'ਚ ਤਾਕਤ ਨਹੀਂ ਹੈ, ਠੀਕ ਆ, ਅਤੇ ਉਹਦੇ ਬਾਰੇ ਅਸੀਂ ਕੀ ਕਹਿੰਦੇ ਹਾਂ? ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਚਿੜੀ ਵਿਚਾਰੀ ਕੀ ਕਰੇ, ਆਮ ਲੋਕ ਜਿਹੜੇ ਹੈਗੇ ਆ। ਜਾਂ ਅਸੀਂ ਕੁੜੀਆਂ ਅਤੇ ਚਿੜੀਆਂ, ਜਿਵੇਂ ਪੁਰਾਣੇ ਸਮੇਂ 'ਚ ਕੁੜੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ, ਕੁੜੀਆਂ ਅਤੇ ਚਿੜੀਆਂ, ਇਹਨਾਂ ਨੂੰ ਜੋੜ ਕੇ ਅਸੀਂ ਦੇਖਦੇ ਹਾਂ। ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਹੈ? ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਹੈ? ਇਹ ਤੁਸੀਂ ਸੁਣਦੇ ਹੋ। ਸੋ ਕੀ ਹੈ? ਅਦ੍ਰਿਸ਼ਟ ਨੂੰ, ਜਿਹੜੀ ਚੀਜ਼ ਸਾਨੂੰ ਦ੍ਰਿਸ਼ਟੀ 'ਚ ਨਹੀਂ ਆਉਂਦੀ, ਉਹਨੂੰ ਕਵਿਤਾ ਦੇ ਵਿੱਚ ਚਿੰਨ੍ਹਾਂ ਪ੍ਰਤੀਕਾਂ ਰਾਹੀਂ ਦ੍ਰਿਸ਼ਟਮਾਨ ਕਰ ਦਿੱਤਾ ਜਾਂਦਾ ਹੈ। ਆਪਾਂ ਜਦੋਂ ਕਬੂਤਰ ਦੀ ਗੱਲ ਕੀਤੀ ਸੀ ਕਿ ਉਹ ਫਲਾਨਾ ਮੁੰਡਾ ਤਾਂ ਕਬੂਤਰ ਹੈ, ਜਾਂ ਕਿਸੇ ਕਵਿਤਾ ਵਿੱਚ ਕਬੂਤਰ ਦਾ ਜ਼ਿਕਰ ਆਉਂਦਾ, ਸਾਨੂੰ ਪਤਾ ਲੱਗ ਜਾਂਦਾ ਕਿ ਉਹ ਭੋਲਾ ਹੈ, ਕਿਉਂਕਿ ਕਬੂਤਰ ਦਾ ਭੋਲਾਪਣ ਸਾਡੇ ਮਨ ਵਿੱਚ ਸਮਾਇਆ ਹੋਇਆ, ਅਤੇ ਇਹ ਪ੍ਰਤੀਕ ਕਬੂਤਰ ਦਾ ਅਦ੍ਰਿਸ਼ਟ ਨੂੰ ਦ੍ਰਿਸ਼ਟਮਾਨ ਕਰ ਦਿੰਦਾ, ਦਿਖਣਯੋਗ ਕਰ ਦਿੰਦਾ। ਫਿਰ ਹੈ ਜੀ ਸਭ ਤੋਂ ਵੱਡੀ ਚੀਜ਼ ਕਲਪਨਾ। ਕਲਪਨਾ ਕਵਿਤਾ ਦਾ ਅਹਿਮ ਤੱਤ ਹੈ। ਕਲਪਨਾ ਆਮ ਤੌਰ 'ਤੇ ਦੋ ਤਰ੍ਹਾਂ ਦੀ ਹੁੰਦੀ ਹੈ, ਤਰੰਗੀ ਕਲਪਨਾ ਜਿਸ ਨੂੰ ਅਸੀਂ ਫੈਂਸੀ ਕਹਿੰਦੇ ਹਾਂ, ਅਤੇ ਸਧਾਰਨ ਕਲਪਨਾ। ਸਧਾਰਨ ਕਲਪਨਾ ਤਾਂ ਇਹ ਹੈ ਕਿ ਅਸੀਂ ਆਪਣੀਆਂ ਸੋਚਾਂ ਦੇ ਵਿੱਚ ਗੁਆਚਦੇ ਕਦੇ ਪਿਛੋਕੜ ਵੱਲ ਚਲੇ ਗਏ, ਕਦੇ ਵਰਤਮਾਨ 'ਚ ਗੁੰਮ ਹੋ ਗਏ, ਅਤੇ ਚਾਹੇ ਕਦੇ ਭਵਿੱਖ ਬਾਰੇ ਕਿਆਸਰਾਈਆਂ ਲਾਉਣ ਲੱਗ ਗਏ। ਆਮ ਦੁਨੀਆ ਨਾਲੋਂ ਟੁੱਟ ਕੇ ਜਦੋਂ ਅਸੀਂ ਖਿਆਲਾਂ ਦੇ ਵਹਿਣ 'ਚ ਬਹਿ ਜਾਂਦੇ ਹਾਂ ਤਾਂ ਉਹ ਹੋ ਗਈ ਸਾਡੀ ਸਧਾਰਨ ਕਲਪਨਾ। ਤਰੰਗੀ ਕਲਪਨਾ ਕੀ ਹੈ? ਇਹਦੇ ਵਿੱਚ ਅਸੀਂ ਉਹ ਚੀਜ਼ਾਂ ਵੀ ਸੋਚ ਲੈਂਦੇ ਹਾਂ ਜਿਹੜੀਆਂ ਸੰਭਵ ਨਹੀਂ ਹੋਈਆਂ ਹੁੰਦੀਆਂ। ਫੈਂਸੀ, ਕਈ ਲੋਕਾਂ ਨੂੰ ਆਦਤ ਹੁੰਦੀ ਹੈ, ਉਹ ਬੜੀ ਅਜੀਬ ਤਰ੍ਹਾਂ ਦੀ ਦੁਨੀਆ ਵਿੱਚ ਰਹਿੰਦੇ ਨੇ, ਆਪਣੇ ਹੀ ਖਿਆਲਾਂ ਦੇ ਵਿੱਚ ਖੋਏ ਰਹਿੰਦੇ ਨੇ, ਠੀਕ ਹੈ, ਔਰ ਅਜਿਹੀਆਂ ਗੱਲਾਂ ਸੋਚੀ ਜਾਂਦੇ ਨੇ ਜਿਹੜੀਆਂ ਧਰਤੀ 'ਤੇ ਕਦੇ ਵਾਪਰੀਆਂ ਨਹੀਂ, ਅਤੇ ਸ਼ਾਇਦ ਵਾਪਰਨ ਵੀ ਨਾ। ਉਹਨੂੰ ਅਸੀਂ ਤਰੰਗੀ ਕਲਪਨਾ ਕਹਿੰਦੇ ਹਾਂ। ਚੰਗੀ ਕਵਿਤਾ ਜਿਹੜੀ ਹੈ ਉਹ ਸਧਾਰਨ ਕਲਪਨਾ ਨਾਲ ਜਿਹੜੀ ਲਿਖੀ ਜਾਂਦੀ ਹੈ ਉਹ ਜ਼ਿਆਦਾ ਵਧੀਆ ਹੁੰਦੀ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਛੰਦ। ਹੁਣ ਛੰਦ ਕੀ ਹੈ? ਛੰਦ ਪੁਰਾਤਨ ਕਵਿਤਾ ਦਾ ਅਹਿਮ ਤੱਤ ਸੀ। ਅਜੋਕੀ ਕਵਿਤਾ ਛੰਦਾਬੰਦੀ ਤੋਂ ਕਾਫੀ ਹੱਦ ਤੱਕ ਮੁਕਤ ਹੈ। ਛੰਦ ਵਰਨਾਂ ਅਤੇ ਅੱਖਰਾਂ ਦੀ ਗਿਣਤੀ ਮਿਣਤੀ ਦਾ ਦੂਸਰਾ ਨਾਮ ਹੈ। ਛੰਦ 3 ਪ੍ਰਕਾਰ ਦੇ ਹੁੰਦੇ ਹਨ, ਵਰਣਿਕ, ਮਾਤਰਿਕ ਅਤੇ ਗਣਿਕ ਛੰਦ। ਇਹ ਆਪਾਂ ਤੁਹਾਡੇ ਸਿਲੇਬਸ ਦਾ ਵੀ ਪਾਰਟ ਨੇ, ਆਪਾਂ ਨਾਲ ਨਾਲ ਕਰ ਵੀ ਰਹੇ ਹਾਂ। ਜਿਵੇਂ ਕੋਰੜਾ ਅਤੇ ਕਵਿੱਤ ਅਸੀਂ ਕੀਤੇ ਨੇ, ਅੱਗੋਂ ਵੀ ਜਿਹੜੇ ਬੈਂਤ ਹੋ ਗਿਆ, ਦੋਹਰਾ ਹੋ ਗਿਆ, ਇਹ ਬਾਕੀ ਸਾਰੇ ਛੰਦ ਆਪਾਂ ਕਰਾਂਗੇ। ਕਹਿਣ ਦਾ ਮਤਲਬ ਛੰਦ ਹੈ ਕਿ ਕਵਿਤਾ ਦੇ ਵਿੱਚ ਅੱਖਰਾਂ ਦੀ ਅਤੇ ਮਾਤਰਾਵਾਂ ਦੀ ਇੱਕ ਖਾਸ ਤਰਤੀਬ ਹੁੰਦੀ ਹੈ। ਪੁਰਾਣੀ ਕਵਿਤਾ ਵਿੱਚ ਛੰਦਾਬੰਦੀ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ। ਅਜੋਕੀ ਕਵਿਤਾ ਦੇ ਵਿੱਚ ਛੰਦਾਬੰਦੀ ਤੋਂ ਮੁਕਤੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਂ, ਲੈਅ ਦਾ ਹੋਣਾ ਬੜਾ ਜ਼ਰੂਰੀ ਹੈ, ਛੰਦ ਹੋਣ ਭਾਵੇਂ ਨਾ ਹੋਣ, ਠੀਕ ਹੈ। ਸੋ ਛੰਦ ਕੀ ਹੈ ਵੀ ਇੱਕ ਲਾਈਨ ਵਿੱਚ ਕਿੰਨੇ ਅੱਖਰ ਆਏ, ਕਿੰਨੀਆਂ ਮਾਤਰਾਵਾਂ ਆਈਆਂ, ਉਹਨਾਂ ਦੀ ਗਿਣਤੀ ਮਿਣਤੀ ਦਾ ਹਿਸਾਬ ਹੈ। ਉਸ ਤੋਂ ਬਾਅਦ ਆ ਗਿਆ ਜੀ ਕਵਿਤਾ ਦੇ ਵਿੱਚ ਅਲੰਕਾਰ। ਅਲੰਕਾਰ ਦਾ ਅਰਥ ਹੈ ਗਹਿਣਾ ਜਾਂ ਸਜਾਵਟ ਕਰਨ ਵਾਲਾ। ਅਲੰਕਾਰ ਆਮ ਤੌਰ 'ਤੇ 3 ਪ੍ਰਕਾਰ ਦੇ ਹੁੰਦੇ ਹਨ। ਅਲੰਕਾਰ ਕੀ ਨੇ? ਉਹ ਸ਼ਬਦ ਨੇ ਜਿਹੜੇ ਕਵਿਤਾ ਦੇ ਵਿੱਚ ਸੋਹਜ ਲੈ ਕੇ ਆਉਂਦੇ ਨੇ, ਗਹਿਣਿਆਂ ਦੀ ਤਰ੍ਹਾਂ। ਜਿਵੇਂ ਗਹਿਣੇ ਸਾਨੂੰ ਸ਼ਿੰਗਾਰਦੇ ਨੇ, ਉਵੇਂ ਕਵਿਤਾ ਨੂੰ ਅਲੰਕਾਰ ਬੜਾ ਸੋਹਣਾ ਸ਼ਿੰਗਾਰਦੇ ਨੇ। ਜਿਵੇਂ ਸ਼ਿਵ ਬਟਾਲਵੀ ਇੱਕ ਜਗ੍ਹਾ 'ਤੇ ਕਹਿੰਦਾ, ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਪੀੜਾਂ ਦਾ ਪਰਾਗਾ ਭੁੰਦੇ, ਭੱਠੀ ਵਾਲੀਏ ਚੰਬੇ ਦੀਏ ਡਾਲੀਏ। ਹੁਣ ਮੌਤ ਨੂੰ ਉਹਨੇ ਕੀ ਕਿਹਾ? ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ। ਇਹ ਉਹਨੇ ਅਲੰਕਾਰਿਕ ਭਾਸ਼ਾ ਜਿਹੜੀ ਹੈ ਉਹ ਵਰਤੀ ਹੈ। ਜਾਂ ਕਿਸੇ ਦੀ ਖੂਬਸੂਰਤੀ ਨੂੰ ਅਸੀਂ ਚੰਨ ਦੇ ਨਾਲ, ਚੰਦਰਮਾ ਦੇ ਨਾਲ ਤੁਲਨਾ ਦਿੰਦੇ ਹਾਂ, ਜਾਂ ਅਸੀਂ ਕਿਸੇ ਨੂੰ ਤਾਰਿਆਂ ਦੇ ਵਿੱਚ ਹੱਸਦਾ ਵੇਖਦੇ ਹਾਂ, ਤਾਂ ਅਸੀਂ ਉਦੋਂ ਅਲੰਕਾਰਿਕ ਭਾਸ਼ਾ ਜਿਹੜੀ ਹੈ ਉਹ ਵਰਤਦੇ ਹਾਂ। ਅਲੰਕਾਰ ਆਮ ਤੌਰ 'ਤੇ 3 ਪ੍ਰਕਾਰ ਦੇ ਨੇ, ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ, ਠੀਕ ਆ। ਇਹਨਾਂ ਦੇ ਬਾਰੇ ਮੈਂ ਵਿਸਥਾਰ ਨਾਲ ਨਹੀਂ ਦੱਸੂਗਾ ਇੱਥੇ, ਕਿਉਂਕਿ ਇਹ ਤੁਹਾਡੇ ਸਿਲੇਬਸ ਦਾ ਪਾਰਟ ਨੇ, ਅਤੇ ਅਸੀਂ ਅਲੰਕਾਰਾਂ ਬਾਰੇ ਵੱਖਰੇ ਤੌਰ ਦੇ ਉੱਤੇ ਵੀ ਚੈਪਟਰ ਜਿਹੜਾ ਉਹ ਪੜ੍ਹਾਂਗੇ। ਅੱਗੇ ਹੈ ਜੀ ਰਸ, ਸਵਾਦ ਜਿਹਨੂੰ ਅਸੀਂ ਕਹਿੰਦੇ ਹਾਂ। ਰਸ ਨੂੰ ਕਾਵਿ ਦੀ ਆਤਮਾ ਮੰਨਿਆ ਜਾਂਦਾ ਹੈ। ਰਸ ਭਾਵਕ ਗਿਆਨ ਦੀ ਸਥਿਤੀ ਹੈ। ਰਸ 9 ਪ੍ਰਕਾਰ ਦੇ ਹੁੰਦੇ ਹਨ। ਜਦੋਂ ਅਸੀਂ ਕਵਿਤਾ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਵਿੱਚ ਜਿਹੜੀਆਂ ਫੀਲਿੰਗਸ ਪੈਦਾ ਹੁੰਦੀਆਂ ਨੇ, ਅਤੇ ਸਾਡੇ ਮਨ ਨੂੰ ਉਸ ਪਾਸੇ ਵੱਲ ਹੀ ਲੈ ਜਾਂਦੀਆਂ ਨੇ ਜਿਸ ਤਰ੍ਹਾਂ ਕਵਿਤਾ ਦਾ ਉਦੇਸ਼ ਹੁੰਦਾ, ਜਿਸ ਤਰ੍ਹਾਂ ਦੀ ਕਵਿਤਾ ਹੁੰਦੀ ਹੈ। ਕਈ ਆਪਾਂ ਉਦਾਸ ਗੀਤ ਸੁਣ ਕੇ ਬੜੇ ਸੈਡ ਜਾਂ ਉਦਾਸ ਹੋ ਜਾਂਦੇ ਹਾਂ। ਕਈ ਜਿਹੜੇ ਗੀਤ ਚਮਕ ਦਮਕ ਵਾਲੇ ਹੁੰਦੇ ਆ, ਉਹਨਾਂ ਦੇ ਵਿੱਚ ਅਸੀਂ ਪੂਰੀ ਮਸਤੀ 'ਚ ਆ ਜਾਂਦੇ ਹਾਂ।
ਸੋ ਇਹ 9 ਤਰ੍ਹਾਂ ਦੇ ਰਸ ਸਾਡੇ ਮਨ ਦੇ ਵਿੱਚ ਸਥਾਈ ਭਾਵਾਂ ਦੇ ਤੌਰ 'ਤੇ ਹੁੰਦੇ ਨੇ। ਜਿਸ ਤਰ੍ਹਾਂ ਦੀ ਕਵਿਤਾ ਅਸੀਂ ਪੜ੍ਹਦੇ ਹਾਂ ਉਸ ਤਰ੍ਹਾਂ ਦੇ ਰਸ ਜਿਹੜੇ ਆ ਉਹ ਅੱਗੇ ਆ ਜਾਂਦੇ ਨੇ। ਸ਼ਾਂਤ ਰਸ ਸ਼ਾਂਤੀ ਪ੍ਰਦਾਨ ਕਰਦਾ ਹੈ। ਸ਼ਿੰਗਾਰ ਰਸ ਇਹ ਪਿਆਰ ਰਸ ਹੈ, ਜਿਹਦੇ 'ਚ ਮਿਲਣਾ ਵੀ ਹੁੰਦਾ ਅਤੇ ਵਿਛੜਨਾ ਵੀ ਹੁੰਦਾ, ਸੰਯੋਗ ਅਤੇ ਵਿਯੋਗ ਹੁੰਦਾ। ਕਰੁਣਾ ਰਸ ਤਰਸ ਦੇ ਆਧਾਰ 'ਤੇ ਜਿਹਨੂੰ ਆਪਾਂ ਜਿਹੜੀ ਭਾਵਨਾ ਆਉਂਦੀ ਉਹਨੂੰ ਕਰੁਣਾ ਰਸ ਕਹਿੰਦੇ ਹਾਂ। ਰੌਦਰ ਗੁੱਸਾ ਰੌਦਰ ਰਸ। ਵੀਰ ਰਸ ਜੋਸ਼। ਵੀਪਤਸ ਰਸ ਜਿਹ 'ਚ ਅਸੀਂ ਕਚਿਆਣ ਮਹਿਸੂਸ ਕਰਦੇ ਹਾਂ ਕਿਸੇ ਚੀਜ਼ ਤੋਂ। ਅਦਭੁਤ ਰਸ ਜਿਹ 'ਚ ਅਸੀਂ ਹੈਰਾਨ ਹੁੰਦੇ ਹਾਂ। ਹਾਸ ਰਸ। ਇਸ ਤਰ੍ਹਾਂ ਇਹ ਜਿਹੜੇ ਰਸ ਨੇ ਇਹ ਕਵਿਤਾ ਦੀ ਆਤਮਾ ਮੰਨੇ ਜਾਂਦੇ ਨੇ। ਕਵਿਤਾ ਪੜ੍ਹਨ ਤੋਂ ਬਾਅਦ ਜੋ ਸਾਡੇ ਮਨ ਦੇ ਵਿੱਚ ਭਾਵ ਪੈਦਾ ਹੁੰਦੇ ਨੇ ਉਹਨਾਂ ਨੂੰ ਅਸੀਂ ਰਸ ਆਖਦੇ ਹਾਂ। ਇਸ ਤੋਂ ਬਾਅਦ ਹੈ ਬਿੰਬ ਅਤੇ ਬਿੰਬਾਵਲੀ। ਬਿੰਬ ਕਵਿਤਾ ਦਾ ਉਸਾਰੂ ਤੱਤ ਹੈ। ਮੋਟੇ ਤੌਰ 'ਤੇ ਬਿੰਬ ਕਿਸੇ ਕਵਿਤਾ ਦੇ ਸ਼ਬਦ ਚਿੱਤਰ ਹਨ। ਕਵੀ ਵੱਖ-ਵੱਖ ਸ਼ਬਦਾਂ ਚਿੰਨ੍ਹਾਂ ਪ੍ਰਤੀਕਾਂ ਦੁਆਰਾ ਬਿੰਬ ਸਿਰਜਣਾ ਕਰਦਾ ਹੈ। ਬਿੰਬ ਆਮ ਤੌਰ 'ਤੇ 5 ਪ੍ਰਕਾਰ ਦੇ ਹੁੰਦੇ। ਹੁਣ ਦੇਖੋ ਬਿੰਬ ਕੀ ਹੈ। ਬਿੰਬ ਦਾ ਸਿੰਪਲ ਸਧਾਰਨ ਸ਼ਬਦ ਹੈ ਤਸਵੀਰ। ਜਿਵੇਂ ਅਸੀਂ ਕਹਿੰਦੇ ਹਾਂ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਦਰਿਆ ਦਾ ਕੰਢਾ ਹੈ, ਬਗਲਾ ਖੇਡਾਂ ਕਰਦਾ ਹੈ ਅਤੇ ਖੇਡਾਂ ਕਰਦੇ ਨੂੰ ਅਚਿੰਤੇ ਬਾਜ ਪੈ ਜਾਂਦੇ ਆ। ਬਾਜ ਪੈ ਜਾਂਦਾ ਉਹਨਾਂ ਨੂੰ ਬਗਲੇ ਨੂੰ, ਅਤੇ ਉਹ ਕੀ ਹੈ ਉਹ ਸਾਡੇ ਸਾਹਮਣੇ ਇੱਕ ਦ੍ਰਿਸ਼ ਬਣ ਜਾਂਦਾ ਹੈ ਕਿ ਵੀ ਹਾਂ ਅੱਛਾ ਦਰਿਆ ਦਾ ਕੰਢਾ ਹੋਏਗਾ, ਉੱਥੇ ਬਗਲਾ ਹੋਏਗਾ, ਉੱਤੇ ਉਹਦੇ ਬਾਜ ਪੈ ਰਿਹਾ ਹੋਏਗਾ। ਇਹ ਇੱਕ ਦ੍ਰਿਸ਼ ਬਿੰਬ ਹੈ। ਬਿੰਬ ਕਿੰਨੀ ਤਰ੍ਹਾਂ ਦੇ ਨੇ? 5 ਤਰ੍ਹਾਂ ਦੇ। ਸਵਾਦ ਬਿੰਬ ਜਿਹ 'ਚੋਂ ਸਾਨੂੰ ਟੇਸਟ ਦੀ ਫੀਲਿੰਗ ਆਉਂਦੀ ਹੈ। ਸਪਰਸ਼ ਬਿੰਬ ਜਿਹ 'ਚੋਂ ਸਾਨੂੰ ਟੱਚ ਦੀ ਛੂਹਣ ਦੀ ਫੀਲਿੰਗ ਆਉਂਦੀ ਹੈ। ਨਾਦ ਬਿੰਬ ਜਿਹ ਤੋਂ ਸਾਨੂੰ ਆਵਾਜ਼ ਜਾਂ ਸੰਗੀਤ ਦੀ ਫੀਲਿੰਗ ਜਾਂ ਤਸਵੀਰਕਾਰੀ ਬਣਦੀ। ਗੰਧ ਬਿੰਬ ਜਿਹ 'ਚੋਂ ਜਿਹੜੇ ਨੱਕ ਨਾਲ ਸੰਬੰਧਿਤ ਹੈ ਸਾਡਾ, ਠੀਕ ਹੈ, ਕਿਸੇ ਵੀ ਚੀਜ਼ ਦੀ ਸੁਗੰਧੀ ਜਦੋਂ ਅਸੀਂ ਮਹਿਸੂਸ ਕਰਦੇ ਹਾਂ। ਦ੍ਰਿਸ਼ ਬਿੰਬ ਜਿਹੜਾ ਅਸੀਂ ਦੇਖਦੇ ਹਾਂ। ਸੋ ਸਵਾਦ ਬਿੰਬ, ਸਪਰਸ਼ ਬਿੰਬ, ਨਾਦ ਬਿੰਬ, ਗੰਧ ਬਿੰਬ ਅਤੇ ਦ੍ਰਿਸ਼ ਬਿੰਬ, ਇਹ 5 ਤਰ੍ਹਾਂ ਦੇ ਬਿੰਬ ਨੇ, 5 ਤਰ੍ਹਾਂ ਦੀਆਂ ਤਸਵੀਰਕਾਰੀਆਂ ਨੇ। ਉਸ ਤੋਂ ਬਾਅਦ ਹੈ ਜੀ ਕਵਿਤਾ ਦੀਆਂ ਕਿਸਮਾਂ। ਕਵਿਤਾ ਦੀਆਂ ਕਈ ਕਿਸਮਾਂ ਜਾਂ ਭੇਦ ਹੋ ਸਕਦੇ ਹਨ। ਵਿਸ਼ੇ ਦੀ ਬਣਤਰ ਦੇ ਪੱਖ ਤੋਂ ਪੰਜਾਬੀ ਕਵਿਤਾ ਦੀਆਂ ਕਈ ਕਿਸਮਾਂ ਪ੍ਰਚਲਿਤ ਹਨ, ਜਿਵੇਂ ਲੋਕ ਗੀਤ, ਕਿੱਸਾ ਕਾਵ, ਵਾਰ ਅਤੇ ਜੰਗਨਾਮਾ, ਖੰਡ ਕਾਵ, ਮਹਾਂਕਾਵ, ਸਰੋਦੀ, ਪ੍ਰਗੀਤ, ਗਜ਼ਲ, ਕਾਵ, ਖੁੱਲ੍ਹੀ ਕਵਿਤਾ ਆਦਿ। ਫਿਰ ਹੈ ਕਵਿਤਾ ਦਾ ਇਤਿਹਾਸ। ਪੰਜਾਬੀ ਕਵਿਤਾ ਦਾ ਇਤਿਹਾਸ। ਪੰਜਾਬੀ ਕਵਿਤਾ ਦਾ ਇਤਿਹਾਸ ਬਹੁਤ ਹੀ ਸ਼ਾਨਦਾਰ ਅਤੇ ਅਮੀਰ ਹੈ। ਜੇਕਰ ਅਸੀਂ ਸੂਫੀ ਕਾਵ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਤੋਂ ਗੁਲਾਮ ਫਰੀਦ ਤੱਕ, ਗੁਰਮਤਿ ਕਾਵ ਗੁਰੂ ਨਾਨਕ ਦੇਵ ਜੀ ਤੋਂ ਭਾਈ ਗੁਰਦਾਸ ਤੱਕ, ਵਾਰ ਕਾਵ ਆਦਿ ਕਾਲ ਦੀਆਂ ਵਾਰਾਂ ਤੋਂ ਲੈ ਕੇ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਤੱਕ, ਅਤੇ ਕਿੱਸਾ ਕਾਵ ਦਮੋਦਰ ਤੋਂ ਲੈ ਕੇ ਫਜ਼ਲ ਸ਼ਾਹ ਤੱਕ ਇੱਕ ਅਮੀਰ ਪਰੰਪਰਾ ਦੇ ਸਿਤੰਭ ਹਨ। ਅਜੋਕੇ ਯੁੱਗ ਵਿੱਚ ਭਾਈ ਵੀਰ ਸਿੰਘ ਤੋਂ ਸ਼ੁਰੂ ਹੋਈ ਆਧੁਨਿਕ ਪੰਜਾਬੀ ਕਵਿਤਾ ਪੂਰਨ ਸਿੰਘ, ਮੋਹਨ ਸਿੰਘ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸ਼ਿਵ ਬਟਾਲਵੀ, ਡਾਕਟਰ ਹਰਭਜਨ ਸਿੰਘ, ਜਗਤਾਰ, ਡਾਕਟਰ ਸਤਿੰਦਰ ਸਿੰਘ ਨੂਰ, ਵਨੀਤਾ, ਸੁਖਵਿੰਦਰ ਅੰਮ੍ਰਿਤ, ਰਵਨੀਤ ਕੌਰ, ਪਾਲ ਕੌਰ, ਐਨ ਕੌਰ ਦੀਆਂ ਸਿਰਜਣਾਵਾਂ ਨਾਲ ਹੋਰ ਅਮੀਰੀ ਹਾਸਲ ਕਰ ਰਹੀ ਹੈ। ਸੋ ਵਿਦਿਆਰਥੀਓ, ਆਸ ਕਰਦੇ ਹਾਂ ਕਿ ਕਵਿਤਾ ਦੀ ਪਰਿਭਾਸ਼ਾ, ਬਣਤਰ ਅਤੇ ਵਿਸ਼ੇਸ਼ਤਾਵਾਂ ਬਾਰੇ ਜਿੰਨੀ ਕੁ ਚਰਚਾ ਅੱਜ ਹੋਈ ਹੈ ਇਹਦੇ ਤੋਂ ਤੁਸੀਂ ਕਾਫੀ ਕੁਝ ਸਿੱਖਿਆ ਹੋਏਗਾ। ਇਹਨੂੰ ਦੁਹਰਾ ਲੈਣਾ, ਵਾਰ-ਵਾਰ ਸੁਣ ਲੈਣਾ, ਦੇਖ ਲੈਣਾ, ਆਪਣੇ ਸਾਥੀਆਂ ਨੂੰ ਵੀ ਲਿੰਕ ਭੇਜ ਦੇਣਾ, ਅਤੇ ਇਹਦੇ 'ਤੇ ਵਿਚਾਰ ਚਰਚਾ ਆਪਾਂ ਮੁਲਾਕਾਤ ਰਾਹੀਂ ਜਾਂ ਜ਼ੂਮ ਮੁਲਾਕਾਤ ਰਾਹੀਂ ਜਾਂ ਗੂਗਲ ਮੀਟ ਰਾਹੀਂ ਜਾਂ ਕਿਸੇ ਵੀ ਜ਼ਰੀਏ ਵਰਚੁਅਲ ਜਾਂ ਐਕਚੁਅਲ ਜਦੋਂ ਵੀ ਸਮਾਂ ਇਜਾਜ਼ਤ ਦੇਵੇਗਾ ਆਪਾਂ ਜ਼ਰੂਰ ਕਰਾਂਗੇ। ਇਹਨਾਂ ਦੇ ਨੁਕਤਿਆਂ ਨੂੰ, ਪਰਿਭਾਸ਼ਾ ਨੁਕਤਿਆਂ ਨੂੰ ਆਪਣੀਆਂ ਕਾਪੀਆਂ 'ਤੇ ਜ਼ਰੂਰ ਲਿਖ ਲੈਣਾ। ਛੇਤੀ ਮਿਲਾਂਗੇ। ਧੰਨਵਾਦ।